दूसरा इस चीज़ ਦਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਨਮੀ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਅਸਰਅੰਦਾਜ਼ ਹੁੰਦੇ ਨੇ। ਜਿਹੜੇ ਆਂਦੇ ਨੇ ਵੱਧਦੇ ਫੁੱਲਦੇ ਨਹੀਂ, ਇਹ ਜਾਨਵਰ ਜਿਹੜਾ ਨਾ 2 ਸਾਲ ਤੱਕ ਆਪਣੀ ਗਰੋਥ ਕਰਦਾ, ਵੱਧਦਾ ਬਹੁਤ ਜ਼ਿਆਦਾ। ਇਹ ਮੋਟਾ ਹੋਣ ਦੀ ਬਜਾਏ ਇਹ ਲੈਂਥ ਜ਼ਿਆਦਾ ਕਰਦਾ, ਆਪਣਾ ਕੱਦ ਜ਼ਿਆਦਾ ਕਰਦਾ। ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਇਹ ਨਜ਼ਰ ਆਉਂਦਾ ਕਿ ਜ਼ਿਆਦਾ ਸਾਡਾ ਜਾਨਵਰ ਫੁੱਲਦਾ ਨਹੀਂ, ਫੁੱਲਣ ਦੀ ਬਜਾਏ ਜ਼ਿਆਦਾ ਕੱਦ ਕਰਦਾ, ਲੈਂਥ ਜ਼ਿਆਦਾ ਕਰੇਦਾ, ਚੌੜਾਈ ਜ਼ਿਆਦਾ ਕਰੇਦਾ। ਹਮੇਸ਼ਾ ਵੇਖਣਾ ਚਾਹੀਦਾ ਜਾਨਵਰ ਮੋਟੀ ਹੱਡੀ ਵਾਲਾ। ਜਾਨਵਰ ਮੋਟੀ ਹੱਡੀ ਵਾਲਾ ਹੋਏ ਤੁਹਾਡਾ ਮਤਲਬ ਵੇਖਣ 'ਚ ਉਹਦੇ ਕੰਨ, ਉਹਦੀ ਖੂਬਸੂਰਤੀ, ਇਹ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ। ਇਹ ਚੀਜ਼ਾਂ ਜਿਹੜਾ ਜਾਨਵਰ 'ਚ ਹੁੰਦੀਆਂ ਉਹ ਫਾਇਦੇਮੰਦ ਹੋਏਗਾ। 3 ਮਹੀਨੇ ਵਾਲੇ ਜਾਨਵਰ ਨੇ ਤਕਰੀਬਨ 7 ਤੋਂ 8 ਹਜ਼ਾਰ ਰੁਪਇਆ ਖਰਚਾ ਕਰਵਾਉਣਾ ਹੈ ਤੇ ਬੱਚੇ ਤੋਂ ਦੀ 5 ਤੋਂ 6 ਹਜ਼ਾਰ ਰੁਪਇਆ। ਸੇ ਮਾਰਕੀਟ ਦੇ ਹਿਸਾਬ ਨਾਲ ਅਗਰ ਮਾਰਕੀਟ ਤੇਜ਼ ਹੁੰਦੀ है तो ज़्यादा भी आ सकती है। अस्सलाम वालेकुम। वालेकुम अस्सलाम। प्यारे भाई कैसे हैं आप? जी शुक्र अल्हम्दुलिल्लाह। प्यारे भाई का नाम? अहमद अमीन। सर माशाल्लाह ਤੁਹਾਡਾ ਫਾਰਮ ਦੇਖ ਕੇ, ਤੁਹਾਡੇ ਜਾਨਵਰ ਦੇਖ ਕੇ ਦਿਲ ਖੁਸ਼ ਹੋਇਆ ਹੈ। ਦੋਸਤਾਂ ਨੂੰ ਸਰ ਦੱਸੋ ਕਿ ਤੁਸੀਂ ਕਿੰਨੇ ਸਾਲ ਕਬਲ ਬੱਕਰਾ ਫਾਰਮਿੰਗ ਦਾ ਆਗਾਜ਼ ਕੀਤਾ ਸੀ? मैं नवे सिरे तो स्टार्ट किया, तकरीबन 2-3 माह पहला शुरू किया, फर्स्ट टाइम। ਮਾਸ਼ਾਅੱਲਾ। ਤੇ 2-3 ਮਾਹ ਦੇ ਅਰਸੇ ਦੇ ਦੌਰਾਨ ਤੁਸੀਂ ਇਸ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਇਹ ਤਾਂ ਮਿਹਨਤ ਕੀਤੀ ਹੋਏ ਬਕਾਇਦਾ। ਤੁਸੀਂ ਤੁਹਾਡੇ ਜਾਨਵਰ ਤੰਦਰੁਸਤ ਰਹਿਣ ਤਾਂ ਅੱਛਾ ਖਾਸਾ ਮੁਨਾਫਾ ਦਿੰਦੇ ਨੇ ਤੁਹਾਨੂੰ। ਤੁਸੀਂ ਇਹ 3 ਮਾਹ ਦੇ ਅਰਸੇ ਦੇ ਦੌਰਾਨ ਕੋਈ ਜਾਨਵਰ ਸੇਲ ਕੀਤਾ? ਜੀ 16 ਜਾਨਵਰ ਸੇਲ ਕੀਤੇ। ਮਾਸ਼ਾਅੱਲਾ। ਤੇ ਦੋਸਤਾਂ ਨੂੰ ਦੱਸੋ ਹਾਂ ਕਿ 3 ਮਾਹ 'ਚ ਉਹ ਜਿਹੜੇ 16 ਜਾਨਵਰ ਨੇ ਉਹਨਾਂ ਨੇ ਤੁਹਾਨੂੰ ਕੀ ਕੋਈ ਨਫਾ ਜਾਂ ਨੁਕਸਾਨ ਕਰਾਇਆ? ਜੀ ਨਫਾ ਦਿੱਤਾ ਮਾਸ਼ਾਅੱਲਾ, ਅੱਛਾ ਖਾਸਾ ਨਫਾ ਦਿੱਤਾ। ਸਰ ਇਸ ਟਾਈਮ ਜਨਾਬ ਦੇ ਫਾਰਮ ਤੇ ਟੋਟਲ ਕਿੰਨੇ ਜਾਨਵਰ ਨੇ ਤੇ ਕਿਹੜੀ ਕਿਹੜੀ ਨਸਲ ਦੇ ਨੇ? ਜੀ ਮੇਰੇ ਕੋਲ ਟੋਟਲ 44 ਜਾਨਵਰ ਨੇ। ਇਹਦੇ 'ਚ ਰਾਜਨਪੁਰੀ, ਅਬਲਕ, ਮੱਖੀ ਚੀਨੇ, ਦੇਸੀ ਤੇ ਬਕਾਇਆ ਛਤਰੇ ਨੇ, ਪੇਡੂ। ਸਰ ਤੁਸੀਂ ਮਾਸ਼ਾਅੱਲਾ ਜਿਹੜੇ ਬੱਕਰੇ ਨੇ ਉਹਨਾਂ ਦੀਆਂ 3-4 ਨਸਲਾਂ ਰੱਖੀਆਂ ਨੇ, ਰਾਜਨਪੁਰੀ ਵੀ ਰੱਖੀ ਹੈ। ਇਸ ਤੋਂ ਪਹਿਲੇ 2-4 ਇੰਟਰਵਿਊ ਰਾਜਨਪੁਰੀ ਜਿਹੜੀ ਨਸਲ ਹੈ ਜਿਨ੍ਹਾਂ ਸਿਆਲਕੋਟ 'ਚ ਇਹ ਜਾਨਵਰ ਪਾਲੇ ਨੇ ਉਹਨਾਂ ਦੇ ਕੀਤੇ ਨੇ, ਲੇਕਿਨ ਉਹ ਕਹਿੰਦੇ ਨੇ ਕਿ ਲਾਸ ਹੁੰਦਾ, ਵੱਧਦੇ ਫੁੱਲਦੇ ਨਹੀਂ, ਨਫਾ ਨਹੀਂ ਦਿੰਦੇ। ਤੁਸੀਂ ਜਿਹੜੀ ਰਾਜਨਪੁਰ ਦੀ ਨਸਲ ਹੈ ਉਹਨੂੰ ਕਿਹਦਾ ਮਹਿਸੂਸ ਕੀਤਾ? ਜੀ ਉਹ ਗੱਲ ਉਹਨਾਂ ਦੀ ਬਜਾਏ ਵੀ ਇਸ ਚੀਜ਼ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਮਿਹਨਤ ਮੰਗਦੀ ਹੈ। ਠੀਕ। ਇਹ ਦੂਸਰਾ ਇਸ ਚੀਜ਼ ਦਾ ਜਿਹੜਾ ਸਾਡੇ ਇਲਾਕੇ ਦੇ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਨਮੀ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਅਸਰਅੰਦਾਜ਼ ਹੁੰਦੇ ਨੇ। ਜਿਹੜੇ ਆਂਦੇ ਨੇ ਵੱਧਦੇ ਫੁੱਲਦੇ ਨਹੀਂ, ਇਹ ਜਾਨਵਰ ਜਿਹੜਾ ਨਾ 2 ਸਾਲ ਤੱਕ ਆਪਣੀ ਗਰੋਥ ਕਰਦਾ, ਵੱਧਦਾ ਬਹੁਤ ਜ਼ਿਆਦਾ। ਇਹ ਮੋਟਾ ਹੋਣ ਦੀ ਬਜਾਏ ਇਹ ਲੈਂਥ ਜ਼ਿਆਦਾ ਕਰਦਾ, ਆਪਣਾ ਕੱਦ ਜ਼ਿਆਦਾ ਕਰਦਾ। ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਇਹ ਨਜ਼ਰ ਆਉਂਦਾ ਕਿ ਜ਼ਿਆਦਾ ਸਾਡਾ ਜਾਨਵਰ ਫੁੱਲਦਾ ਨਹੀਂ, ਫੁੱਲਣ ਦੀ ਬਜਾਏ ਜ਼ਿਆਦਾ ਕੱਦ ਕਰਦਾ, ਲੈਂਥ ਜ਼ਿਆਦਾ ਕਰੇਦਾ, ਚੌੜਾਈ ਜ਼ਿਆਦਾ ਕਰੇਦਾ। ਮਾਸ਼ਾਅੱਲਾ। ਸਰ ਤੁਸੀਂ 3-4 ਨਸਲਾਂ ਰੱਖੀਆਂ ਨੇ, ਤੁਸੀਂ ਇੱਕ ਨਸਲ ਨੂੰ ਕਿਉਂ ਨਹੀਂ ਤਰਜੀਹ ਦਿੱਤੀ? ਤੁਸੀਂ ਮੱਖੀ ਚੀਨੇ ਰੱਖ ਸਕਦੇ ਹੋ, ਅਬਲਕ ਰੱਖ ਸਕਦੇ ਹੋ, ਰਾਜਨਪੁਰੀ ਰੱਖ ਸਕਦੇ ਹੋ, ਤੁਸੀਂ 3-4 ਨਸਲਾਂ ਰੱਖਣ ਦੀ ਕੀ ਵਜ੍ਹਾ ਹੈ? ਜੀ ਡਿਮਾਂਡ ਹਰ ਚੀਜ਼ ਦੀ ਲੈ ਕਸਟਮਰ ਦੀ ਡਿਮਾਂਡ ਇੱਕ ਨਹੀਂ ਹੋ ਸਕਦੀ। ਉਹਦੇ ਵਿੱਚ ਕੁਝ ਲੋਕਾਂ ਦੀ ਡਿਮਾਂਡ ਹੈ ਮੱਖੀ ਚੀਨੇ ਦੀ, ਕੁਝਾਂ ਦੀ ਦੇਸੀ ਦੀ ਹੈ, ਕੁਝਾਂ ਦੀ ਜਿਹੜੀ ਇਹਨਾਂ ਦੀ ਰਾਜਨਪੁਰੀ ਦੀ ਹੈ, ਪਿਓਰ ਵਾਈਟ ਜਿਹੜੇ ਨੁਕਰੇ ਗੁਲਾਬੀ, ਫਿਰ ਅਬਲਕ। ਇਹਨਾਂ ਚੀਜ਼ਾਂ ਦੀ ਡਿਮਾਂਡ ਦੀ ਵਜ੍ਹਾ ਤੋਂ ਸਾਰੀਆਂ ਸਾਨੂੰ ਲਹਿਦਾ ਕਰਨੇ ਪਏ। ਇਹ ਜਿਹੜੀਆਂ 3-4 ਨਸਲਾਂ ਨੇ ਇਹਨਾਂ 'ਚੋਂ ਜਿਹੜੀ ਸਭ ਤੋਂ ਬਿਹਤਰ ਨਸਲ ਹੈ ਜਿਹਦੀ ਡਿਮਾਂਡ ਜ਼ਿਆਦਾ ਹੈ, ਮਾਰਕੀਟ ਜ਼ਿਆਦਾ ਹੈ ਤੇ ਜਿਹੜਾ ਜਾਨਵਰ ਜ਼ਿਆਦਾ ਗਰੋਥ ਕਰਦਾ ਉਹ ਕਿਹੜੀ ਨਸਲ ਹੈ? ਉਹ ਰਾਜਨਪੁਰੀ, ਅਬਲਕ ਇਹ ਨਸਲ ਆਉਂਦੀ ਹੈ ਜਿਹੜੀ, ਲੇਕਿਨ ਇਹਦੇ 'ਤੇ ਮਿਹਨਤ ਜ਼ਿਆਦਾ ਹੁੰਦੀ ਹੈ ਥੋੜ੍ਹੀ। ਖੂਬਸੂਰਤੀ ਦੇ ਲਿਹਾਜ਼ ਨਾਲ ਵੀ ਇਹ ਆਪਣੀ ਲੈਂਥ, ਕੱਦ ਕਾਠ, ਵਜ਼ਨ ਦੇ ਲਿਹਾਜ਼ ਨਾਲ ਇਹ ਬਿਹਤਰ ਰਹਿੰਦੇ ਨੇ। ਜਿਹੜੇ ਮੱਖੀ ਚੀਨੇ ਨੇ ਉਹਨਾਂ ਦਾ ਮਤਲਬ ਥੋੜਾ ਦੱਸੋ। ਮੱਖੀ ਚੀਨੇ ਤੇ ਮਿਹਨਤ ਥੋੜੀ ਘੱਟ ਹੁੰਦੀ ਹੈ। ਇਸ ਇਲਾਕੇ ਦੇ ਵਿੱਚ ਆਉਣ ਤੇ ਉਹਨਾਂ ਨੂੰ ਜ਼ਿਆਦਾ ਬਿਮਾਰੀ ਦਾ ਮਸਲਾ ਵੀ ਨਹੀਂ ਬਣਦਾ, ਸਖਤ ਹੁੰਦੇ ਨੇ ਤੇ ਉਹਨਾਂ ਨੂੰ ਮਤਲਬ ਕਿਸੇ ਚੀਜ਼ ਦਾ ਉਹਨਾਂ ਦਾ ਕੋਈ ਨਖਰਾ ਕੋਈ ਨਹੀਂ। ਜਿਹੜੀ ਚੀਜ਼ ਰੱਖਣੀ ਹੈ ਬਾਸਾਨੀ ਉਹਨਾਂ ਨੇ ਖਾ ਲੈਣੀ ਹੈ ਦੂਸਰਿਆਂ ਦੀ ਨਿਸਬਤ। ਜੀ ਸਰ ਜਿਹੜੀ ਤੁਸੀਂ ਖਰੀਦਦਾਰੀ ਕੀਤੀ ਹੈ ਕਿਸ ਇਲਾਕੇ ਕੀਤੀ ਹੈ ਤੇ ਜਿਹੜੇ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਥੋੜਾ ਗਾਈਡ ਕਰੋ ਕਿ ਅਗਰ ਉਹ ਬੱਕਰਾ ਲੈਣ ਤੇ ਉਹਦੀਆਂ ਕਿਹੜੀਆਂ ਚੀਜ਼ਾਂ ਵੇਖਣ, ਕਿਹੜੀਆਂ ਹੂਬੀਆਂ ਵੇਖ ਕੇ ਤੇ ਉਹ ਜਾਨਵਰ ਦੀ ਖਰੀਦਦਾਰੀ ਕਰਨ? ਇਹ ਜਿਹੜੀ ਖਰੀਦਦਾਰੀ ਜ਼ਿਆਦਾ ਜਨੂਬੀ ਪੰਜਾਬ ਵਾਲੀ ਸਾਈਡ ਤੇ ਹੁੰਦੀ ਹੈ ਇਹਨਾਂ ਦੀ। ਠੀਕ ਹੈ। ਉਹਦੇ 'ਚੋਂ ਸਾਰੀ ਪੱਟੀ ਦੇ ਉੱਤੇ ਜ਼ਿਆਦਾ ਇਹਨਾਂ ਦੀ ਖਰੀਦੋ ਫਰੋਖਤ ਹੁੰਦੀ ਹੈ, ਜਿਹੜਾ ਤੁਹਾਨੂੰ ਸਸਤੇ ਰੇਟ 'ਤੇ ਉੱਥੋਂ ਮਿਲਣ ਦੇ। ਤੇ ਦੂਸਰਾ ਇਹਦੀ ਖਰੀਦੋ ਫਰੋਖਤ ਵਾਸਤੇ ਤੁਹਾਨੂੰ ਹਮੇਸ਼ਾ ਵੇਖਣਾ ਚਾਹੀਦਾ ਜਾਨਵਰ ਮੋਟੀ ਹੱਡੀ ਵਾਲਾ। ਜਾਨਵਰ ਮੋਟੀ ਹੱਡੀ ਵਾਲਾ ਹੋਏ ਤੁਹਾਡਾ ਮਤਲਬ ਵੇਖਣ 'ਚ ਉਹਦੇ ਕੰਨ, ਉਹਦੀ ਖੂਬਸੂਰਤੀ, ਇਹ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ। ਇਹ ਚੀਜ਼ਾਂ ਜਿਹੜਾ ਜਾਨਵਰ 'ਚ ਹੁੰਦੀਆਂ ਉਹ ਫਾਇਦੇਮੰਦ ਹੋਏਗਾ। ਹੱਡੀ ਮੋਟੀ ਹੋਏ, ਜੀ ਜਿਹੜਾ ਮੂੰਹ ਮੱਥਾ, ਜਿਹੜੀ ਉਹਦੀ ਸਕਿਨ ਨੇ ਨਕੌੜਾ ਥੋੜਾ ਜ਼ਿਆਦਾ ਹੋਵੇ। ਸਕਿਨ ਕਿਸ ਕਿਸਮ ਦੀ ਹੋਏ?
ਸਕਿਨ ਕਿਸੇ ਵੀ ਕਿਸਮ ਦੀ, ਲੇਕਿਨ ਥੋੜੀ ਖੂਬਸੂਰਤੀ ਇਹ ਇੱਕ ਨਜ਼ਰ ਵਾਸਤੇ ਵੇ ਨਾ, ਵੈਸੇ ਸਕਿਨ ਦਾ ਨੁਕਸਾਨ ਕੋਈ ਨਹੀਂ ਕੋਈ ਵੀ। ਤੇ ਸਰ ਤੁਸੀਂ ਜਿਹੜਾ ਜਾਨਵਰ ਲੈਂਦੇ ਹੋ ਉਹਦੀ ਕਿੰਨੀ ਉਮਰ ਜਾਂ ਕਿੰਨਾ ਵਜ਼ਨ ਹੁੰਦਾ ਹੈ ਤੇ ਤੁਹਾਨੂੰ ਕਿੰਨੇ ਦਾ ਮਿਲ ਜਾਂਦਾ ਹੈ? ਜੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਾਨਵਰ ਜਿਹੜਾ ਨਾ ਦੋਂਦਾ ਲੱਗੇ, ਦੋਂਦਾ ਹੋਵੇ, ਜਿਹੜਾ ਮਤਲਬ ਅੱਲਾ ਦੰਦ ਦੀਆਂ ਉਹਦੇ ਥੋੜੀ ਦੇਰ ਤੱਕ ਜਿਹਦੇ ਦੰਦ ਹਿਲਦੇ ਹੋਣ ਜਾਂ ਟੁੱਟ ਗਏ ਹੋਣ, ਦੋਂਦਾ ਹੋ ਗਿਆ ਹੋਵੇ। ਉਹ ਇਹ ਹੁੰਦਾ ਕਿ ਉਹਦੇ ਤੇ 2-3 ਮਹੀਨੇ ਮਿਹਨਤ ਕਰਕੇ ਇੱਥੇ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਉਹਨਾਂ ਦੇ ਮੁਕੰਮਲ ਕੋਰਸ ਕਰਨੇ ਪੈਂਦੇ ਨੇ, ਮੈਡੀਸਨ ਦੇ ਕੋਰਸ ਕਰਨੇ ਪੈਂਦੇ ਨੇ, ਇਹਨਾਂ ਦੀਆਂ ਜਿਹੜੀਆਂ ਵਾਇਰਲ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਦੇ ਹਵਾਲੇ ਦੇ ਨਾਲ ਮੁਕੰਮਲ ਕੋਰਸਿਸ ਕਰਨੇ ਪੈਂਦੇ ਨੇ। ਉਸ ਤੋਂ ਇਲਾਵਾ ਇਹਨਾਂ ਦੇ ਜਿਹੜੀ ਡਵਰਮਿੰਗ ਇਹਨਾਂ ਦੀ, ਫਿਰ ਪ੍ਰੋਪਰ ਜਿੰਨਾ ਵੀ ਇਹਨਾਂ ਦਾ ਹੈ ਨਾ ਮੈਡੀਸਨ ਦਾ ਟ੍ਰੀਟਮੈਂਟ, ਉਹ ਮੁਕੰਮਲ ਕਰਕੇ ਅਸੀਂ ਉਸ ਤੋਂ ਬਾਅਦ ਇਹਨਾਂ ਦਾ ਵੰਡਾ ਖੁਰਾਕ ਸ਼ੁਰੂ ਕਰਦੇ ਹਾਂ। ਯਾਨੀ ਕਿ ਤੁਸੀਂ ਜਾਨਵਰ ਉਹ ਲੈਂਦੇ ਹੋ ਜਿਹੜਾ ਦੋਂਦਾ ਲੱਗ ਗਿਆ ਜਾਂ ਜਿਹਦੇ ਦੰਦ ਡਿੱਗ ਪਏ ਨੇ ਤੇ ਅੱਗੂ ਦੋਂਦਾ ਲੱਗਦਾ ਪਿਆ? ਜੀ ਬਿਲਕੁਲ। ਦੋਂਦਾ ਤਕਰੀਬਨ 13 ਮਹੀਨੇ ਚ ਲੱਗਦਾ ਹੈ? ਹਾਂਜੀ, ਇੰਨੀ 13-14 ਮਹੀਨੇ, ਸਾਲ 12 ਮਹੀਨੇ, 13-14 ਤੇ ਮਹੀਨੇ। ਜਿਹੜਾ ਸਰ 12-13 ਮਹੀਨੇ ਦਾ ਜਾਨਵਰ ਤੁਸੀਂ ਖਰੀਦਦੇ ਹੋ ਜੀ। ਜਨੂਬੀ ਪੰਜਾਬ ਚੋਂ, ਉਹ ਤੁਹਾਨੂੰ ਕਿੰਨੇ ਦਾ ਮਿਲ ਜਾਂਦਾ ਹੈ? ਉਹ ਸਰ ਨਸਲ ਦੇ ਹਿਸਾਬ ਤੇ ਹੁੰਦਾ, ਤੇ ਜਿਹੜੇ ਨੇ ਨਾ ਰਾਜਨਪੁਰੀ, ਅਬਲਕ, ਇਹ ਨਸਲਾਂ ਜਿਹੜੀਆਂ ਨੇ ਇਹ ਤੇ ਦੂਸਰੇ ਦੀ ਨਿਸਬਤ 5-7 ਹਜ਼ਾਰ ਰੁਪਈਆ ਮਹਿੰਗਾ ਲੱਭਦਾ ਜਾਨਵਰ ਵੈਸੇ। ਤੇ ਦੂਸਰਾ ਜਿਹੜਾ ਤਕਰੀਬਨ ਇਹ ਮੱਖੀ ਚੀਨੇ ਜਾਨਵਰ ਨੇ, ਇਹਨਾਂ ਦੀ ਐਵਰੇਜ ਇਹ ਹੈ 25 ਤੋਂ 35 ਹਜ਼ਾਰ ਤੱਕ। ਤੇ ਜਿਹੜੇ ਦੂਸਰੇ ਨੇ ਰਾਜਨਪੁਰੀ, ਅਬਲਕ, ਇਹ ਤਕਰੀਬਨ 30 ਤੋਂ 40 ਹਜ਼ਾਰ, 45 ਹਜ਼ਾਰ ਤੱਕ ਛੋਟੇ ਜਾਨਵਰ ਜਿਹੜੇ ਨੇ ਨਾ ਅੱਛੇ, ਉਹ ਮਿਲ ਜਾਂਦੇ ਨੇ। ਜਿਹੜੇ 12-13 ਮਾਹ ਦੇ ਨੇ ਇਹ ਉਹਨਾਂ ਦਾ ਰੇਟ ਹੈ? ਜੀ ਇਹ 12-13 ਮਾਹ ਦੇ ਜਿਹੜੇ ਨੇ ਨਾ ਇਹ 30 ਹਜ਼ਾਰ ਪਲੱਸ ਸ਼ੁਰੂ ਹੁੰਦੇ ਨੇ ਰਾਜਨਪੁਰੀ। ਠੀਕ ਹੈ ਸਰ। ਇਹ ਜਿਹੜੀ ਤੁਸੀਂ ਉੱਤੇ ਲੋਹੇ ਦੀ ਚਾਦਰ ਲਗਾਈ ਇਹਨਾਂ ਵਾਸਤੇ ਸ਼ੈੱਡ ਬਣਾਇਆ ਹੈ, ਇਹਦੀ ਲੰਬਾਈ ਤੇ ਚੌੜਾਈ ਕਿੰਨੀ ਹੈ? ਸਕੁਅਰ ਫੁੱਟ 450 ਵੇ ਜੀ। 45 ਫੁੱਟ ਜਿਹੜੀ ਹੈ ਲੈਂਥ ਹੈ ਤੇ 10 ਫੁੱਟ ਇਹਦੀ ਚੌੜਾਈ ਹੈ। ਜੀ। ਤੇ ਇਹਦੇ ਉੱਤੇ ਕਿੰਨਾ ਖਰਚਾ ਆਇਆ ਹੈ? ਇਹਦੇ ਤਕਰੀਬਨ 80,000 ਰੁਪਏ ਖਰਚਾ ਹੋਇਆ। ਠੀਕ ਹੈ। ਤੇ ਇਹ ਜਿਹੜੀਆਂ ਸਰ ਤੁਸੀਂ ਖੁਰਲੀਆਂ ਲਈਆਂ ਨੇ, ਲੱਕੜ ਦੀਆਂ ਕਿਉਂ ਲਈਆਂ ਨੇ? ਲੱਕੜ ਦੀਆਂ ਅੱਗੇ ਪਿੱਛੇ ਕਰ ਲਈਆਂ ਨੇ, ਇਹਨਾਂ ਦਾ ਮਾਹੌਲ ਦੇ ਮੁਤਾਬਕ ਕਿਸੇ ਨੂੰ ਉਧਰ ਬੰਨਣਾ ਹੋਵੇ ਜਾਂ ਅੱਗੇ ਪਿੱਛੇ ਕਰਨਾ ਹੋਵੇ, ਉਸ ਵਜ੍ਹਾ ਤੋਂ ਲਈਆਂ ਨੇ। ਵੈਸੇ ਮਿਲਦੀਆਂ ਵੀ ਸਸਤੀਆਂ ਨੇ ਦੂਸਰੀ ਦੀ। ਤੇ ਕੀ ਰੇਟ ਹੈ ਇਹਨਾਂ ਦਾ? ਇਹ ਖੁੱਲੀ ਤਕਰੀਬਨ 13 ਤੋਂ 1400 ਰੁਪਏ ਦੀ ਬਹਾਵਲਪੁਰ ਤੋਂ ਮਿਲਦੀ ਜੇ। 500 ਰੁਪਿਆ ਕਿਰਾਇਆ ਲੱਗਦਾ ਹੈ ਜੀ। ਤਕਰੀਬਨ 2000 ਦੇ ਕਰੀਬ ਇੱਥੇ ਸਾਡੇ ਇਲਾਕੇ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ। ਤੇ ਇਹ ਖੁਰਲੀ ਦੀ ਕਿੰਨੀ ਲੰਬਾਈ ਹੈ? ਇਹਦੀ ਤਕਰੀਬਨ 6 ਫੁੱਟ ਲੰਬਾਈ। ਅੱਛਾ। ਤੇ ਸਰ ਇਹ ਜਿਹੜੀ ਤੁਸੀਂ ਲੋਹੇ ਦੀ ਚਾਦਰ ਲਾਈ ਹੈ, ਇਹਦੀ ਤੁਸੀਂ ਲੰਬਾਈ ਚੌੜਾਈ ਵੀ ਦੱਸੀ ਹੈ, ਇਹਦੇ ਉੱਤੇ ਕਿੰਨਾ ਖਰਚਾ ਆਇਆ ਹੈ? ਇਹ ਲੋਹੇ ਦੀ ਚਾਦਰ ਮੁਕੰਮਲ ਇਹਦੇ ਅਫਸਲ ਗੋਂਦਲ ਕੋਲ ਮਿਲਦੀ ਹੈ, ਪਲਾਸਟਿਕ ਹੈ। ਅੱਛਾ। PVC ਦੇ ਵਿੱਚ ਲੋਹਾ ਨਹੀਂ, ਲੋਹਾ ਗਰਮ ਹੋ ਜਾਂਦਾ, ਉਹਦੀ ਵਜ੍ਹਾ ਤੋਂ ਉਹ ਨਹੀਂ ਇਸਤੇਮਾਲ ਕਰਦੇ। ਅੱਛਾ, ਪਲਾਸਟਿਕ ਹੈ? जी ये PVC है। PVC जी। अच्छा, यानी कि अभी बेहतर है सर फिर? जी दर्जा हरारत कंट्रोल करती है। ते पायेदार है, मजबूत है? बहुत ज़्यादा मजबूत है। ਤੇ ਕਿੰਨਾ ਖਰਚਾ ਆਇਆ ਸੀ ਇਹਦਾ, ਕੋਈ ਹੈ ਅੰਦਾਜ਼ਾ ਕਿ ਨਹੀਂ? ਮੁਕੰਮਲ ਇਹਦਾ ਤੇ ਥੱਲੇ ਫਰੇਮ ਤੋਂ ਲੈ ਕੇ ਇਹਦਾ ਤੋੜ ਉੱਤੇ ਛੱਤ ਤੱਕ 80,000 ਰੁਪਏ ਖਰਚਾ ਆਇਆ। ਅੱਛਾ ਪਿਆਰੇ ਭਾਈ, ਮਾਸ਼ਾਅੱਲਾ ਤੁਸੀਂ ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਦੱਸ ਦਿਓ ਪਏ। ਦੋਸਤਾਂ ਨੂੰ ਇਹ ਦੱਸੋ ਸਰ, ਤੁਸੀਂ ਇਹ ਜਿਹੜੇ ਜਾਨਵਰ ਨੇ ਇਹਨਾਂ ਦੀ ਤਿਆਰੀ ਕਿਸ ਖੁਰਾਕ ਤੇ ਕਰਦੇ ਹੋ, ਤੇ ਜਿਹੜਾ ਵੰਡਾ ਤੁਸੀਂ ਖੁਦ ਤਿਆਰ ਕੀਤਾ ਹੈ ਉਹਦੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਕੀਤੀਆਂ ਨੇ, ਤੇ ਉਹਨਾਂ ਨੂੰ ਡੇਲੀ ਬੇਸ ਤੇ ਕਿੰਨਾ ਖਿਲਾਉਂਦੇ ਹੋ? ਜੀ ਜਿਹੜਾ ਦੂਸਰਾ ਵੰਡਾ ਤਿਆਰਸ਼ੁਦਾ ਮਿਲਦਾ ਹੈ ਉਹ ਤੇ ਕਾਸਟਲੀ ਪੈਂਦਾ, ਉਹਦੀ ਵਜ੍ਹਾ ਤੋਂ ਅਸਾਂ ਨੈਚੁਰਲ ਚੀਜ਼ਾਂ ਜਿਹੜੀਆਂ ਨੇ ਨਾ ਇੱਥੇ ਇਲਾਕੇ ਆਪਣੇ 'ਚ ਇਕੱਠੀਆਂ ਕਰਕੇ ਖਲ, ਚੋਖਰ, ਚਨੇ ਦਾ ਛਿਲਕਾ, ਮਕਈ, ਕਣਕ, ਇਹਨਾਂ ਦਾ ਦਲੀਆ ਕਰਵਾ ਕੇ ਮਿਕਸ ਕਰਕੇ ਤੇ ਉਹ ਇਸਤੇਮਾਲ ਕਰਨੇ ਆ ਤੇ ਸਵੇਰ ਦੇ ਟਾਈਮ ਤੇ ਦੂਸਰਾ ਸ਼ਾਮ ਦੇ ਟਾਈਮ, ਦੋਵੇਂ ਟਾਈਮ। ਇਹ ਜਿਹੜਾ ਸਰ ਤੁਸੀਂ ਵੰਡੇ ਦਾ ਜ਼ਿਕਰ ਕਰਦੇ ਹੋ ਪਏ, ਇਹਨੂੰ ਅਗਰ 40 kg ਜਾਂ 100 kg ਵੰਡਾ ਬਣਾਉਣਾ ਹੋਏ ਤੇ ਤੁਸੀਂ ਇਹਨਾਂ ਦਾ ਦੱਸ ਸਕਦੇ ਹੋ ਕਿ ਇਹ ਚੀਜ਼ ਕਿੰਨੀ ਇਸਤੇਮਾਲ ਕਰਨੀ ਤੇ ਕਿੰਨੀ ਕਰਨੀ ਹੈ? ਜ਼ਬਾਨੀ ਯਾਦ ਹੈ ਜਾਂ ਕਿ ਕੋਈ ਤੁਸੀਂ ਫਾਰਮੂਲਾ ਬਣਾ ਕੇ ਰੱਖਿਆ ਹੈ? ਤੁਸੀਂ ਮਤਲਬ ਇਸ ਚੀਜ਼ ਦੇ ਹਵਾਲੇ ਨਾਲ ਜਿਹੜਾ ਅਗਰ ਤੁਸੀਂ 5-5 ਕਿਲੋ ਕਰਦੇ ਹੋ ਮਕਈ ਤੇ ਕਣਕ ਦਲੀਆ ਜੀ, ਉਹਦੇ 'ਚ ਤੁਸੀਂ 6 ਕਿਲੋ ਖਲ ਇਸਤੇਮਾਲ ਕਰ ਸਕਦੇ ਹੋ। ਦੂਸਰਾ ਜਿਹੜੀਆਂ ਚੀਜ਼ਾਂ ਨੇ ਉਹ ਥੋੜੀਆਂ ਇਸਤੇਮਾਲ ਕਰ ਸਕਦੇ ਹੋ। ਚੋਖੜ 2 ਕਿਲੋ ਕਰ ਸਕਦੇ ਹੋ, ਉਹਦੇ 'ਚ 2 ਤੋਂ 3 ਕਿਲੋ। ਅੱਛਾ, ਯਾਨੀ ਕਿ ਅਗਰ 40 kg ਬਣਾਉਣਾ ਫਿਰ ਇਸ ਹਿਸਾਬ ਨਾਲ? ਜੀ ਇਸ ਹਿਸਾਬ ਨਾਲ ਤੁਸੀਂ ਅੱਗੇ ਕੈਲਕੂਲੇਸ਼ਨ ਕੱਢਦੇ ਜਾਓ। ਅੱਛਾ ਪਿਆਰੇ ਭਾਈ, ਇਹ ਜਾਨਵਰਾਂ ਦੀ ਜਿਹੜੀ ਤੁਸੀਂ ਡੇਲੀ ਦੀ ਰੂਟੀਨ ਰੱਖੀ ਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਕੀ ਸੇਵਾ ਕਰਦੇ ਹੋ? ਚਰਾਈ ਕਿੰਨੇ ਘੰਟੇ ਕਰਾਉਂਦੇ ਹੋ ਤੇ ਵੰਡਾ ਕਿੰਨਾ ਤੇ ਕਿਸ ਟਾਈਮ ਇਸਤੇਮਾਲ ਕਰਦੇ ਹੋ? ਜੀ ਅਸੀਂ ਇਹਨਾਂ ਨੂੰ ਦੇ ਰਹੇ ਜੇ ਵੰਡਾ ਜਿਹੜਾ 5 ਕਿਲੋ ਕਣਕ ਦਲੀਆ, 5 ਕਿਲੋ ਮਕਈ ਦਲੀਆ, ਵਿੱਚ 4 ਕਿਲੋ ਚੋਖਰ, 6 ਕਿਲੋ ਖਲ, ਵਿੱਚ ਸੂੜੀ ਜਿਹੜੀ ਹੈ ਉਹ ਕੋਈ ਅੱਧਾ ਕਿਲੋ।
ਸਵੇਰ 8 ਵਜੇ ਵੰਡਾ ਇਹਨਾਂ ਨੂੰ ਦੇਈਦਾ ਜੀ। ਉਸ ਤੋਂ ਬਾਅਦ ਜਿਹੜਾ ਕੋਈ 2 ਤੋਂ 3 ਘੰਟੇ ਇਹਨਾਂ ਨੂੰ ਰੈਸਟ ਦੇਈਦੀ। ਉਸ ਤੋਂ ਬਾਅਦ ਇਹਨਾਂ ਵਾਸਤੇ ਜੰਤਰ ਤੇ ਲੂਸਨ ਉਹ ਖਿਲਾਈ ਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਨਾ ਇਹ 3 ਵਜੇ ਤੋਂ ਚੜਾਈ ਤੇ ਟੁੱਟ ਜਾਂਦੇ ਨੇ ਜੀ। 3 ਤੋਂ ਲੈ ਕੇ 6 ਵਜੇ ਤੱਕ ਇਹ ਚੁਰਾਈ ਕਰਦੇ ਨੇ ਜਾਨਵਰ। 6 ਵਜੇ ਵਾਪਸ ਆਉਂਦੇ ਨੇ। ਇਹਨਾਂ ਨੂੰ ਅੱਧਾ ਘੰਟਾ ਜਦੋਂ ਵਾਪਸੀ ਆਉਂਦੇ ਨੇ ਡੱਕ ਕੇ ਪਾਣੀ ਦੇਈਦਾ। ਜਾਨਵਰਾਂ ਦਾ ਆਪਣਾ ਸਾਹ ਜਿਹੜਾ ਆਪਣੀ ਜਗ੍ਹਾ ਤੇ ਆ ਜਾਂਦਾ। ਉਸ ਤੋਂ ਬਾਅਦ ਫਿਰ ਇਹਨਾਂ ਦਾ ਤਕਰੀਬਨ 8 ਵਜੇ ਫਿਰ ਅਸੀਂ ਦੂਸਰਾ ਵੰਡਾ ਸਟਾਰਟ ਕਰਵਾ ਦਿੰਦੇ ਹਾਂ। ਯਾਨੀ ਕਿ ਵੰਡਾ 2 ਟਾਈਮ ਦਿੰਦੇ ਹੋ? ਜੀ ਅਸੀਂ 2 ਟਾਈਮ ਵੰਡਾ ਦੇ ਰਹੇ ਹਾਂ। ਸਰ ਇਹ ਜਿਹੜਾ ਤੁਸੀਂ ਜ਼ਿਕਰ ਕੀਤਾ 5-5 ਕਿਲੋ ਜਿਹੜੀਆਂ ਚੀਜ਼ਾਂ ਦਾ ਨਾਂ ਲਿਆ ਜੇ, ਇਹ ਜਿਹੜੇ ਟੋਟਲ ਜਾਨਵਰ ਨੇ ਸਾਰਿਆਂ ਵਾਸਤੇ? ਜੀ ਇਹ ਟੋਟਲ ਜਾਨਵਰ ਨੇ ਇਹਨਾਂ ਵਾਸਤੇ। ਟੋਟਲ ਕਿੰਨੇ ਨੇ ਇਸ ਟਾਈਮ? ਇਸ ਟਾਈਮ ਜਿਹੜੇ ਨੇ ਸਾਡੇ ਕੋਲ 44 ਜਾਨਵਰ। ਤੇ ਸਰ ਇਹ ਜਿਹੜਾ ਵੰਡਾ ਹੈ ਤੁਸੀਂ ਇਹਨਾਂ ਨੂੰ ਭਿਗੋ ਕੇ ਇਸਤੇਮਾਲ ਕਰਾਉਂਦੇ ਹੋ ਜਾਂ ਕਿ ਸੁੱਕਾ ਇਸਤੇਮਾਲ ਕਰਾਉਂਦੇ ਹੋ? ਜੀ ਗਰਮੀ ਦੀ ਵਜ੍ਹਾ ਤੋਂ ਭਿਗੋ ਕੇ ਇਸਤੇਮਾਲ ਕਰਾਉਂਦੇ, ਵੈਸੇ ਸੁੱਕਾ ਕਰਵਾ ਸਕਦੇ। ਠੀਕ ਹੈ, ਮਾਸ਼ਾਅੱਲਾ ਜਾਨਵਰ ਤੁਸੀਂ ਸੋਹਣੇ ਤਿਆਰ ਕੀਤੇ ਨੇ। ਇਹ ਜਿਹੜਾ ਵੰਡਾ ਜੰਤਰ ਇਹਨਾਂ ਦੀ ਚਰਾਈ ਵਗੈਰਾ ਹੈ, ਇਸ ਤੋਂ ਇਲਾਵਾ ਇਹਨਾਂ ਨੂੰ ਹੋਰ ਕੀ ਖਿਲਾਉਂਦੇ ਪਿਲਾਉਂਦੇ ਹੋ ਕਿ ਇਹਨਾਂ ਦੀ ਸਿਹਤ ਵੀ ਚੰਗੀ ਰਹੇ ਤੇ ਬਿਮਾਰੀਆਂ ਤੋਂ ਵੀ ਬਚਾਓ ਹੋਏ? ਇਸ ਤੋਂ ਇਲਾਵਾ ਇਹਨਾਂ ਦੀ ਅਸੀਂ ਜਿਹੜਾ ਮੈਡੀਸਨ ਦਾ ਖਿਆਲ ਰੱਖੀਦਾ। ਡਾਕਟਰ ਸਾਹਿਬ ਨੇ ਸਾਡੇ ਪੱਕੇ ਹਾਏ ਨੇ ਇਸ ਫਾਰਮ ਦੇ ਉੱਤੇ ਜੀ। ਉਹ ਆ ਕੇ ਬਕਾਇਦਾ ਰੋਜ਼ ਦੇ ਰੋਜ਼ ਇਹਨਾਂ ਜਾਨਵਰਾਂ ਨੂੰ ਸਾਰਿਆਂ ਨੂੰ ਚੈੱਕ ਕਰਕੇ ਜਾਂਦੇ ਨੇ। ਇਹਨਾਂ ਦਾ ਟ੍ਰੀਟਮੈਂਟ ਮੁਕੰਮਲ ਇਹਨਾਂ ਅਸੀਂ ਟਾਈਮ ਦੇ ਟਾਈਮ ਇਹਨਾਂ ਦੀ ਵੈਕਸੀਨ, ਦੂਸਰਾ ਇਹਨਾਂ ਦੀ ਡਵਰਮਿੰਗ, ਇਸ ਤੋਂ ਇਲਾਵਾ ਇਹਨਾਂ ਦੇ ਚਿਚਰਾਂ ਦੇ ਟੀਕੇ, ਇਹਨਾਂ ਦੇ ਵਕਫੇ ਵਾਲੇ ਟੀਕੇ, ਇਸ ਤਰ੍ਹਾਂ ਦੀਆਂ ਜਿਹੜੇ ਨੇ ਅਸੀਂ ਇਹਨਾਂ ਦੇ ਮੁਕੰਮਲ ਕੋਰਸ ਕਰਵਾਉਂਦੇ ਨੇ। ਤੇ ਡਾਕਟਰ ਸਾਹਿਬ ਡੇਲੀ ਬੇਸ ਤੇ ਹੁੰਦੇ ਨੇ? ਜੀ ਡਾਕਟਰ ਸਾਹਿਬ ਸਾਡੇ ਡੇਲੀ ਬੇਸ ਤੇ। ਤੇ ਸਰ ਤੁਸੀਂ ਉਹਨਾਂ ਨੂੰ ਕੀ ਪੇ ਕਰਦੇ ਹੋ ਫਿਰ ਮੰਥਲੀ? ਸਰ ਫਿਲਹਾਲ ਸਾਡਾ ਫਸਟ ਟਾਈਮ ਹੈ ਤੇ ਇਹ ਜਿਹੜਾ ਪਿਆਰ ਮੁਹੱਬਤ ਦੇ ਨਾਲ ਹੀ ਹੈ। ਅੱਗੋਂ ਮਜ਼ੀਦ ਜਦੋਂ ਅਸੀਂ ਇਹ ਤੋਂ ਬਾਅਦ ਜਿਹੜਾ ਨਾ ਉਦੋਂ ਤੈਅ ਕਰਾਂਗੇ ਇਸ ਚੀਜ਼ ਵਾਲੇ ਨਾਲ। ਠੀਕ ਹੈ, ਮਾਸ਼ਾਅੱਲਾ ਸਰ ਤੁਸੀਂ ਬੜੀ ਅੱਛੀ ਤੇ ਕੀਮਤੀ ਗੱਲਾਂ ਦੱਸੀਆਂ ਨੇ। ਤੇ ਕੋਈ ਮਸਾਲਾ ਵੀ ਤਿਆਰ ਕੀਤਾ ਜੀ? ਜੀ ਅਸੀਂ ਮਸਾਲਾ ਦੁਕਾਨ ਦਾ ਹੀ ਲਿਆ ਰਹੇ ਹਾਂ। ਅਗਰ ਕਿਸੇ ਦੇ ਮਿਹਦੇ ਦਾ ਮਸਲਾ ਹੈ ਤੇ ਖਾਂਦਾ ਨਹੀਂ ਪਿਆ ਸਹੀ, ਉਹਦੇ ਵਾਸਤੇ ਸਟਾਮਿਕ ਪਾਊਡਰ, ਅਗਰ ਕੋਈ ਖਾਂਸੀ ਕਰਦਾ ਪਿਆ ਉਹਦੇ ਵਾਸਤੇ ਸਲਾਈਨ ਲੈਕਚਰੀ ਜੀ ਅਸੀਂ ਦੁਕਾਨ ਦੇ ਕਰਨੇ, ਬਜ਼ਾਤੇ ਖੁਦ ਕੋਈ ਚੀਜ਼ ਨਹੀਂ ਤਿਆਰ ਕੀਤੀ। ਠੀਕ ਹੈ, ਸਵਾਲ ਤਾਂ ਸਰ ਵੈਸੇ ਆਮ ਹੈ, ਤੁਸੀਂ ਕਹਿੰਦੇ ਹੋ ਕੈਲਕੂਲੇਸ਼ਨ ਨਹੀਂ ਕੀਤੀ। ਜੀ ਵੈਸੇ ਅਗਰ ਮੋਟਾ ਅੰਦਾਜ਼ਾ ਲਾਇਆ ਜਾਏ ਜਿਹੜਾ ਜਾਨਵਰ ਤੁਸੀਂ 3 ਮਹੀਨੇ ਰੱਖਣਾ ਹੈ ਉਹਨੇ ਕਿੰਨਾ ਕੁ ਖਰਚਾ ਕਰਾਣਾ ਹੈ ਤੇ ਕਿੰਨੀ ਕੁ ਬਚਤ ਦੇਣੀ ਉਹਨੇ? 3 ਮਹੀਨੇ ਵਾਲੇ ਜਾਨਵਰ ਨੇ ਤਕਰੀਬਨ 7 ਤੋਂ 8,000 ਰੁਪਇਆ ਖਰਚਾ ਕਰਵਾਉਣਾ ਹੈ ਤੇ ਬੱਚਤ ਉਹਦੀ 5 ਤੋਂ 6,000 ਰੁਪਇਆ। ਅੱਛਾ ਜੀ ਚਲੋ ਸਰ ਅੱਲਾ ਕਰਮ ਕਰੇ। ਤੇ ਇਸ ਟਾਈਮ ਤੁਹਾਡੇ ਵੈਸੇ ਮਾਰਕੀਟ ਦੇ ਹਿਸਾਬ ਨਾਲ ਅਗਰ ਮਾਰਕੀਟ ਤੇਜ਼ ਹੁੰਦੀ ਹੈ ਤੇ ਇਦੋਂ ਜ਼ਿਆਦਾ ਵੀ ਆ ਸਕਦੀ ਹੈ। ਜੀ ਸਰ ਇਸ ਟਾਈਮ ਤੁਹਾਡੇ ਕੋਲ ਜਿਹੜੇ ਜਾਨਵਰ ਨੇ ਇਹਨਾਂ ਦੀ ਕਮ ਸੇ ਕਮ ਕਿੰਨੀ ਕੀਮਤ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਹੈ? ਤੇ ਆਇਆ ਕਿ ਇਹ ਕੁਰਬਾਨੀ ਤੇ ਸਾਰੇ ਦੇ ਸਾਰੇ ਲੱਗਦੇ ਨੇ? ਜੀ ਬਿਲਕੁਲ, ਸਾਡੇ ਕੋਲ ਜਿੰਨੇ ਵੀ ਜਾਨਵਰ ਨੇ ਸਾਰੇ ਕੁਰਬਾਨੀ ਵਾਲੇ ਨੇ ਤੇ ਇਹ 65,000 ਤੋਂ ਲੈ ਕੇ ਤੇ ਤਕਰੀਬਨ 33,000 ਤੱਕ। ਠੀਕ ਹੈ, ਯਾਨੀ ਕਿ ਕਮ ਸੇ ਕਮ ਕੀਮਤ 33,000 ਤੇ ਮੈਕਸਿਮਮ 65,000। ਜੀ ਤੇ ਜਨਾਬ ਦਾ ਰਾਬਤਾ ਨੰਬਰ 0346 677 0070। WhatsApp ਹੈ ਇਹਦੇ ਤੇ? ਜੀ WhatsApp ਹੈ। ਤੇ ਸਰ ਜਿਹੜੇ ਦੋਸਤ ਬੱਕਰੇ ਪਾਲ ਕੇ ਇਹਨਾਂ ਤੋਂ ਪੈਸੇ ਕਮਾਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹੱਲਸ ਮਸ਼ਵਰਾ? ਜੀ ਬਿਲਕੁਲ, ਜਾਨਵਰਾਂ ਦੀ ਖਰੀਦੋ ਫਰੋਖਤ ਦੇ ਵਕਤ ਜਿਹੜੇ ਅੱਛੇ ਜਾਨਵਰ ਖਰੀਦਣ, ਫਿਰ ਆ ਕੇ ਇਹਨਾਂ ਦੀ ਦੇਖਭਾਲ ਅੱਛੀ ਹੋਏ, ਇਹਨਾਂ ਨੂੰ ਖੁੱਲਾ ਮਾਹੌਲ ਦਿੱਤਾ ਜਾਏ ਕਿਉਂਕਿ ਤੰਗੀ ਨਹੀਂ ਇਹ ਜਾਨਵਰ ਬਰਦਾਸ਼ਤ ਕਰਦੇ। ਇਹਨਾਂ ਨੂੰ ਕੋਸ਼ਿਸ਼ ਕਰੋ ਬੰਨੋ ਨਾ। ਉਸ ਤੋਂ ਇਲਾਵਾ ਇਹਨਾਂ ਦੀਆਂ ਮੈਡੀਸਨ ਦਾ ਤੁਸੀਂ ਖਿਆਲ ਰੱਖੋ, ਵਾਇਰਲ ਬਿਮਾਰੀਆਂ ਦਾ ਜਿਹੜਾ ਉਹਦੀਆਂ ਵੈਕਸੀਨਾਂ ਤੁਸੀਂ ਕਰਵਾਉਂਦੇ ਰਹੋ, ਇਹਦੇ ਤੇ ਮਿਹਨਤ ਕਰੋ, ਅੱਛੀ ਖਾਸੀ ਬਚਤ ਇਨਸ਼ਾਅੱਲਾ। ਜੀ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਤੇ ਕੀਮਤੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।